ਸਤਿ ਸ੍ਰੀ ਅਕਾਲ ਜੀ। ਪੰਜਾਬੀ ਟ੍ਰਿਬਿਊਨ ਦੇ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਅੰਮ੍ਰਿਤਪਾਲ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਵੇਲੇ ਦੀ ਗੱਲ ਲੈ ਕੇ, ਅਤੇ ਮੇਰੇ ਨਾਲ ਇਸ ਪ੍ਰੋਗਰਾਮ 'ਚ ਚਰਨਜੀਤ ਭੁੱਲਰ ਜੀ ਨੇ। ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਬੜੀ ਮਿਹਰਬਾਨੀ ਅਮਰਤ ਜੀ ਤੁਹਾਡੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਪੰਜਾਬ ਦੇ ਨਾਢੂ ਖਾਂ। ਵੈਸੇ ਤਾਂ ਹਰੇਕ ਪੰਜਾਬੀ ਹੀ ਆਪਣੇ ਆਪ 'ਚ ਨਾਢੂ ਖਾਂ ਹੈ, ਪਰ ਕਈਆਂ ਕੋਲੇ ਵਿਸ਼ੇਸ਼ ਰੁਤਬਾ ਹੈ, ਕੋਈ ਦਰਜਾ ਹੈ। ਇਹ ਹਨ ਸਾਡੇ ਸਿਆਸੀ ਆਗੂ, ਜਿਨ੍ਹਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਸੁਰੱਖਿਆ ਮਿਲਦੀ ਹੈ, ਗਨਮੈਨ ਮਿਲਦੇ ਨੇ। ਅਤੇ ਜਿਵੇਂ ਸਾਡੇ ਦਰਸ਼ਕ ਜਾਣਦੇ ਨੇ, ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮਿਲੀ ਹੋਈ ਸੁਰੱਖਿਆ ਜੋ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹੈ, ਉਹ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਸੀਂ ਚਰਨਜੀਤ ਭੁੱਲਰ ਜੀ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਸ ਵਰਤਾਰੇ ਬਾਰੇ ਸਾਨੂੰ ਦੱਸਣ। ਅਮਰ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਵੈਸੇ ਤਾਂ ਸਾਰੇ ਪੰਜਾਬੀ, ਜਿਸ ਤਰ੍ਹਾਂ ਸਾਡਾ ਹਿਸਟੋਰਿਕ ਜਾਂ ਕਲਚਰਲੀ ਅਸੀਂ ਬਿਲੋਂਗ ਕਰਦੇ ਹਾਂ, ਪਾਟੇ ਖਾਂ ਜਾਂ ਨਾਢੂ ਖਾਂ ਤੋਂ ਘੱਟ ਨਹੀਂ ਕਹਾਉਂਦੇ ਸੀ। ਪਰ ਜਿਸ ਤਰ੍ਹਾਂ ਦਾ ਪਿਛਲੇ ਟਾਈਮ ਦੇ ਵਿੱਚ ਸਿਚੁਏਸ਼ਨਸ ਬਣੀਆਂ ਹੈਗੀਆਂ ਨੇ ਜਾਂ ਵਰਤਾਰੇ ਚੱਲੇ ਨੇ, ਤਾਂ ਪੰਜਾਬੀ ਉਹਦੇ ਵਿੱਚ ਕਮਜ਼ੋਰ ਹੋਏ ਨੇ, ਅਤੇ ਜਿਹੜੇ ਸਾਡੇ ਸਿਆਸਤਦਾਨ ਹੈ ਉਹ ਕਾਫੀ ਮਜ਼ਬੂਤ ਹੋਏ ਨੇ। ਤਾਂ ਹੁਣ ਸਾਡੇ ਸਾਹਮਣੇ ਜਿਹੜਾ ਨਵਾਂ ਇਸ਼ੂ ਉੱਭਰ ਕੇ ਆਇਆ ਹੈ ਗਨਮੈਨ ਵਾਲਾ, ਕਿ ਕੱਲ੍ਹ ਪੰਜਾਬ ਗੌਰਮੈਂਟ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਜਿਹੜੀ ਸੁਰੱਖਿਆ ਉਹ ਵਾਪਸ ਲੈ ਲਈ ਹੈਗੀ ਹੈ। ਤਾਂ ਜਦੋਂ ਵੀ ਪਹਿਲਾਂ ਵੀ ਇਸ ਤਰ੍ਹਾਂ ਜਦੋਂ ਕੋਈ ਵੀ ਨੇਤਾ ਕੋਈ ਇੱਕ ਧਾਰਾ ਤੋਂ ਉਲਟ ਚੱਲਦਾ ਜਾਂ ਮੇਨ ਸਟ੍ਰੀਮ ਜਿਹੜੀ ਪੋਲੀਟੀਕਲ ਲਾਈਨ ਹੈ ਉਹਦੇ ਨਾਲ ਨਹੀਂ ਚੱਲਦਾ, ਤਾਂ ਸਰਕਾਰਾਂ ਕੋਲ ਇੱਕ ਹਥਿਆਰ ਹੁੰਦਾ ਹੈ ਕਿ ਉਹਦੇ ਸਭ ਤੋਂ ਪਹਿਲਾਂ ਗਨਮੈਨ ਵਾਪਸ ਲੈ ਜਾਂਦੇ ਨੇ। ਤਾਂ ਇਸ ਗੱਲ ਤੋਂ ਇੱਕ ਗੱਲ ਤਾਂ ਇਹ ਸਾਫ਼ ਹੁੰਦੀ ਹੈ ਕਿ ਜਿਹੜਾ ਗਨਮੈਨ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ 2013 'ਚ ਦਿੱਤੇ ਗਏ ਸੀ, ਕਿ ਜਿਹੜਾ ਉਹਦਾ ਆਧਾਰ ਹੈ ਉਹ ਵੀ ਪੋਲੀਟੀਕਲੀ ਸੀਗਾ। ਹੋਣਾ ਤਾਂ ਇਹ ਚਾਹੀਦਾ ਕਿ ਜਿਹੜੀ ਕਿਸੇ ਵੀ ਨੂੰ VIP ਨੂੰ ਜਦੋਂ ਗਨਮੈਨ ਦਿੱਤਾ ਜਾਂਦਾ ਹੈ, ਤਾਂ ਉਸਦੀ ਜਿਹੜੀ ਥ੍ਰੈਟ ਪਰਸੈਪਸ਼ਨ ਹੈ ਉਸ ਨੂੰ ਦੇਖਿਆ ਜਾਵੇ, ਉਹਦੇ ਆਧਾਰ 'ਤੇ ਉਸ ਨੂੰ ਗਨਮੈਨ ਦਿੱਤੇ ਜਾਣੇ ਚਾਹੀਦੇ ਨੇ। ਪਰ ਇਹ ਆਧਾਰ ਬਿਲਕੁਲ ਸਿਆਸੀ ਹੈਗਾ, ਔਰ ਇਹ ਇੱਕ ਸਿਆਸੀ ਲੜਾਈ ਹੈ ਦੋ ਆਗੂਆਂ ਦੀ, ਤਿੰਨ ਆਗੂਆਂ ਦੀ, ਜਾਂ ਵਿਦਨ ਪਾਰਟੀ ਜਿਹੜੀ ਇੱਕ ਸੱਤਾ ਦੀ ਭੁੱਖ ਨੂੰ ਲੈ ਕੇ ਜਿਹੜੀ ਆਪਸ 'ਚ ਟਕਰਾਓ ਦੋ ਧਿਰਾਂ ਦਾ ਬਣਿਆ। ਇੱਕ ਪਾਸੇ ਜਿਹੜੀ ਸਰਕਾਰ ਮੁੱਖ ਮੰਤਰੀ ਨੇ ਔਰ ਜਾਖੜ ਨੇ, ਔਰ ਦੂਸਰੀ ਤਰਫ ਸ਼ਮਸ਼ੇਰ ਸਿੰਘ ਦੂਲੋ ਔਰ ਬਾਜਵਾ ਨੇ, ਔਰ ਉਹਨਾਂ ਦੀਆਂ ਕਾਫੀ ਜਿਹੜੀਆਂ ਆਪਸ 'ਚ ਗਰਮਾ ਗਰਮੀ ਵੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ, ਜਿਹਦੇ ਤਹਿਤ ਇਹਨਾਂ ਦੇ ਗਨਮੈਨ ਜਿਹੜੇ ਉਹ ਵਾਪਸ ਲਏ ਗਏ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਮਾਫੀਏ ਦਾ ਜਿਸ ਤਰ੍ਹਾਂ ਮੁੱਦਾ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ, ਤਾਂ ਉਹਦੇ ਨਾਲ ਹੁਣ ਗਨਮੈਨਾਂ ਦਾ ਮੁੱਦਾ ਵੀ ਨਾਲ ਦੀ ਨਾਲ ਭਖ ਗਿਆ ਹੈਗਾ। ਅਸਲ ਇਹ ਸਾਡੇ ਸਿਆਸਤਦਾਨ, ਚਾਹੇ ਉਹ ਬਾਜਵਾ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਮਜੀਠੀਆ ਹੋਵੇ, ਚਾਹੇ ਸੁਖਬੀਰ ਬਾਦਲ ਹੋਵੇ, ਅਤੇ ਚਾਹੇ ਭਗਵੰਤ ਮਾਨ ਹੋਵੇ, ਅਗਰ ਇਹ ਸੱਚੀ ਮੁੱਚੀ ਸੁਹਿਰਦ ਨੇ ਪੰਜਾਬ ਦੇ ਲੋਕਾਂ ਪ੍ਰਤੀ, ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਮਾਝੇ ਜਾਂਦੇ, ਕਿ ਜਿਹੜੇ ਲੋਕ ਪੀੜਤ ਨੇ ਉੱਥੇ, ਜਿਹੜੇ ਪਰਿਵਾਰ ਭੰਨੇ ਗਏ ਇਸ ਦੁੱਖ ਦੇ ਵਿੱਚ ਜਾਂ ਇਸ ਮਾਫੀਏ ਦੀ ਲੜਾਈ ਦੇ ਵਿੱਚ ਪਿਸੇ ਨੇ, ਆਪਣੇ ਜੀ ਗਵਾ ਬੈਠੇ ਨੇ, ਬੱਚੇ ਅਨਾਥ ਹੋਏ ਨੇ, ਤਾਂ ਸਭ ਤੋਂ ਪਹਿਲਾਂ ਇਹ ਸਾਰੇ ਲੋਕ ਅਨਾਊਂਸ ਕਰਨ ਉੱਥੇ ਜਾ ਕੇ ਕਿ ਅਸੀਂ ਹਰ ਪਰਿਵਾਰਾਂ ਨੂੰ 10-10 ਪਰਿਵਾਰਾਂ ਨੂੰ, 15-15 ਪਰਿਵਾਰਾਂ ਨੂੰ ਅਡੋਪਟ ਕਰਦੇ ਹਾਂ, ਅਸੀਂ ਨਿੱਜੀ ਖਰਚੇ 'ਤੇ ਇਹਨਾਂ ਬੱਚਿਆਂ ਦਾ ਪਰਵਰਿਸ਼ ਕਰਾਂਗੇ। ਹੁਣ ਹੋ ਕੀ ਰਿਹਾ, ਉਹਨਾਂ 'ਤੇ ਇੱਕ ਸਿਆਸਤ ਖੇਡੀ ਜਾ ਰਹੀ ਹੈ, ਕਿਉਂਕਿ ਜਿਹੜੇ ਵਿਰੋਧੀ ਧਿਰ ਹੈ ਉਹਨਾਂ ਨੂੰ ਲੱਗਦਾ ਕਿ ਇਸ ਦੇ ਬੰਨੇ ਸਾਡੇ ਨਾਲ ਇਹ ਸਾਡੀ ਬੇੜੀ ਹੈ ਜਿਹੜੀ ਇਹਦੇ ਨਾਲ ਪਾਰ ਲੱਗ ਜਾਏਗੀ। ਤਾਂ ਇਹਦੇ ਵਿੱਚ ਵੀ ਬਾਜਵਾ ਹੋਰੀ ਬੋਲ ਰਹੇ ਨੇ। ਬਾਜਵਾ ਹੋਰਾਂ ਨੂੰ ਵੀ ਲੱਗਿਆ ਕਿ ਬੜਾ ਵਧੀਆ ਮੌਕਾ ਹੈ, ਅਤੇ ਬਾਜਵਾ ਹੋਰੀ ਵੀ ਉਦੋਂ ਹੀ ਆਪਣੇ ਇਲਾਕੇ 'ਚ ਗਏ ਜਦੋਂ ਕੈਪਟਨ ਅਮਰਿੰਦਰ ਸਿੰਘ ਗੇੜਾ ਮਾਰ ਆਏ। ਤਾਂ ਇਹ ਨਰੋਲ ਪੋਲੀਟੀਕਲ ਲੜਾਈ ਹੈ। ਤਾਂ ਅਸੀਂ ਇਹਨਾਂ ਦੀ ਪੋਲੀਟੀਕਲ ਲੜਾਈ ਇੱਥੇ ਬਹੁਤੀ ਡਿਸਕਸ ਨਹੀਂ ਕਰਾਂਗੇ, ਔਰ ਇੱਥੇ ਸਾਡਾ ਡਿਸਕਸ ਕਰਨਾ ਬਣਦਾ ਹੈ ਇੱਕ ਬੜਾ ਟਾਈਮਲੀ ਜਿਹੜਾ ਹੈ ਸਿਕਿਉਰਿਟੀ ਵਾਪਸ ਲਈ ਗਈ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਬਾਜਵਾ ਨੂੰ ਜ਼ੀਰੋ ਖਤਰਾ ਹੈ, ਪਰ 2013 'ਚ ਸਿਕਿਉਰਿਟੀ ਜਿਹੜੀ ਹੈਗੀ ਹੈ ਪਿਛਲੀ ਗੱਠਜੋੜ ਸਰਕਾਰ ਵੇਲੇ ਉਹਨਾਂ ਨੂੰ ਦਿੱਤੀ ਗਈ ਸੀ, ਅਤੇ ਸੈਂਟਰ ਨੇ ਵੀ ਹੁਣ ਪਿੱਛੇ ਉਹਨਾਂ ਦੀ ਜਿਹੜੀ ਜੈਡ ਸੁਰੱਖਿਆ ਉਹਨਾਂ ਨੂੰ ਦਿੱਤੀ ਹੋਈ ਹੈ। ਤਾਂ ਚੰਗਾ ਹੈ, ਵਧੀਆ ਮੌਕਾ ਹੈਗਾ ਪੰਜਾਬ ਗੌਰਮੈਂਟ ਲਈ ਕਿ ਇੱਕ ਤਾਂ ਉਹਨਾਂ ਨੇ ਆਪਣਾ ਵਾਅਦਾ ਕੀਤਾ ਸੀ ਕਿ VIP ਕਲਚਰ ਖਤਮ ਕਰਾਂਗੇ, ਦੂਸਰਾ ਇਹ ਬਾਜਵੇ ਵਾਲਾ ਇਸ਼ੂ ਹੈ। ਤਾਂ ਹੁਣ ਇਕੱਲਾ ਉਹ ਬਾਜਵੇ ਵਾਲਾ ਇਸ਼ੂ ਨਾ ਡਿਸਕਸ ਕਰਨ, ਹੁਣ ਸਮੁੱਚੇ ਟੋਟੈਲਿਟੀ ਦੇ ਵਿੱਚ ਇਸ ਚੀਜ਼ ਨੂੰ ਦੇਖਣ ਕਿ ਉਹਨਾਂ ਦੇ ਕਿੰਨੇ MLA, ਕਿੰਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਕਿੰਨੇ ਜਿਹੜੇ ਬਲਾਕ ਪੱਧਰ ਦੇ ਨੇਤਾ ਹੈ ਜਿਨ੍ਹਾਂ ਕੋਲ ਸਿਕਿਉਰਿਟੀ ਹੈ, ਉਹ ਸਾਰੀ ਰਿਵਿਊ ਹੋਣੀ ਚਾਹੀਦੀ ਹੈ। ਰਿਵਿਊ ਹੋ ਕੇ ਜਿਨ੍ਹਾਂ ਤੋਂ ਐਕਚੁਅਲੀ ਜਿਨ੍ਹਾਂ ਨੂੰ ਥ੍ਰੈਟ ਹੈ ਤਾਂ ਵਾਪਸ ਲਈ ਜਾਣੀ ਚਾਹੀਦੀ ਹੈ। ਤਾਂ ਸਾਡੇ ਕੋਲ ਇੱਕ ਪਾਸੇ ਤਾਂ ਸਾਡੀ ਗੌਰਮੈਂਟ ਕਹਿੰਦੀ ਹੈ ਕਿ ਪੰਜਾਬ ਹੈ ਜਿਹੜਾ
ਉਹ ਅਮਨ ਪਸੰਦ ਸੂਬਾ ਹੈ, ਬਿਲਕੁਲ ਸ਼ਾਂਤੀ ਹੈ ਸਾਡੇ ਪੰਜਾਬ ਵਿੱਚ, ਕੋਈ ਇਹੋ ਜਿਹੀ ਗੱਲ ਨਹੀਂ। ਅਸੀਂ ਕਲੇਮ ਕਰਦੇ ਹਾਂ, ਇਹ ਦਾਅਵੇ ਕਰਦੇ ਹਾਂ ਪੋਲੀਟੀਕਲੀ। ਦੂਸਰੀ ਤਰਫ ਜੇ ਸ਼ਾਂਤੀ ਹੈ, ਅਮਨ ਹੈ ਇੱਥੇ, ਤਾਂ ਫਿਰ ਗਨਮੈਨਾਂ ਦੀ ਕੀ ਲੋੜ ਹੈ? ਤਾਂ ਸਾਡੇ ਲੀਡਰਾਂ ਨੂੰ ਇਹ ਜਵਾਬ ਦੇਣਾ ਪੈਣਾ ਤੇ ਸਾਡੇ ਲੋਕਾਂ ਨੇ ਇਹ ਜਵਾਬ ਇਹਨਾਂ ਤੋਂ ਮੰਗਣਾ ਕਿਸੇ ਨਾ ਕਿਸੇ ਪੜਾਅ 'ਤੇ ਜਾ ਕੇ। ਇਹ ਅੰਮ੍ਰਿਤ ਇਹ ਵਰਤਾਰਾ ਜਿਹੜਾ ਇਹ ਹੁਣੇ ਸ਼ੁਰੂ ਹੋਇਆ, ਇਹ ਪਹਿਲਾਂ ਨਹੀਂ ਸੀ ਹੁੰਦਾ ਇੱਦਾਂ। ਪਹਿਲਾਂ ਜਿਹੜੇ ਸਾਡੇ ਪਿਛਲੇ ਅਸੀਂ ਦੇਖਦੇ ਹੈਗੇ ਆ 1982 ਤੋਂ ਪਹਿਲਾਂ, 1982 ਦੇ ਵਿੱਚ ਜਦੋਂ ਦਰਬਾਰਾ ਸਿੰਘ ਦੀ ਗਵਰਨਮੈਂਟ ਸੀ ਪੰਜਾਬ 'ਚ, ਕਾਂਗਰਸ ਦੀ ਗਵਰਨਮੈਂਟ ਸੀ, ਉਸ ਟਾਈਮ ਮਿਨਿਸਟਰ ਨੂੰ ਇੱਕ ਗੱਡੀ ਮਿਲਦੀ ਸੀ, ਅੰਬੈਸਡਰ ਗੱਡੀ, ਔਰ ਇੱਕ ਗਨਮੈਨ ਮਿਲਦਾ ਸੀ। ਇਹੀ 85 ਦੇ ਵਿੱਚ ਰਿਹਾ। ਉਸ ਤੋਂ ਬਾਅਦ ਪੰਜਾਬ ਦੇ ਕੁਝ ਵਿਸ਼ੇਸ਼ ਕਿਸਮ ਦੇ ਹਾਲਾਤ ਬਣੇ ਤਾਂ 92 'ਚ ਆ ਕੇ ਇੱਕ ਲੋੜ ਬਣ ਗਈ ਸੀਗੀ। ਤਾਂ ਉਦੋਂ ਬੇਅੰਤ ਸਿੰਘ ਦੀ ਸਰਕਾਰ ਸੀ, ਤਾਂ ਉਹਨਾਂ ਨੇ ਸਾਰੇ MLAs ਨੂੰ ਇੱਕ ਜਿਪਸੀ ਦਿੱਤੀ ਸੀ ਔਰ ਨਾਲ ਪੈਰਾਮਿਲਟਰੀ ਫੋਰਸਿਸ ਦਿੱਤੀਆਂ ਸੀ। ਤਾਂ 3-4 ਸਾਲਾਂ 'ਚ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਠੀਕ ਹੈ, ਤਾਂ ਉਹ ਪੈਰਾਮਿਲਟਰੀ ਫੋਰਸਿਸ ਹਟਾ ਲਈਆਂ ਗਈਆਂ ਸੀ ਤੇ ਉਹਨਾਂ ਨੂੰ ਗਨਮੈਨ ਦਿੱਤੇ ਹੋਏ ਸੀ। ਫਿਰ ਜਦੋਂ 97 ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ, ਤਾਂ ਉਦੋਂ ਬਾਦਲ ਸਾਹਿਬ ਨੇ ਸਾਰੇ MLAs ਨੂੰ ਸੂਮੋ ਲੈ ਕੇ ਦੇ ਦਿੱਤੀਆਂ ਸੀ, ਨਾਲ ਗਨਮੈਨ ਦੇ ਦਿੱਤੇ ਸੀ। ਔਰ 2002 'ਚ ਆ ਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਤਾਂ ਉਹਨਾਂ ਨੇ ਸੂਮੋ ਤੋਂ ਅੱਗੇ ਸਟੈਪ ਕੁਆਲਿਸ ਗੱਡੀਆਂ MLAs ਨੂੰ ਦੇ ਦਿੱਤੀਆਂ ਸੀ। ਉਸ ਤੋਂ ਬਾਅਦ ਫਿਰ ਜਦੋਂ 2007  'ਚ ਆ ਕੇ ਅਕਾਲੀ ਗਵਰਨਮੈਂਟ ਬਣੀ, ਤਾਂ ਇਹਨਾਂ ਨੇ ਇਨੋਵਾ ਗੱਡੀਆਂ ਦੇ ਦਿੱਤੀਆਂ ਸੀ। ਤਾਂ ਇਨੋਵਾ ਗੱਡੀਆਂ ਦੇਣੀਆਂ ਪਲੱਸ ਉਹਨਾਂ ਨੂੰ ਗਨਮੈਨ ਦੇਣੇ। ਹੁਣ ਇੱਕ ਪਾਸੇ ਤੁਸੀਂ ਨਜ਼ਰ ਮਾਰੋ, ਇੱਕ ਪਾਸੇ ਸਾਡੇ ਕੋਲ ਅਕਾਲੀ ਦਲ ਭਾਜਪਾ ਦੇ ਵਿਧਾਇਕ ਨੇ, ਇੱਕ ਪਾਸੇ ਸਾਡੇ ਕੋਲ ਕਾਂਗਰਸ ਦੇ ਵਿਧਾਇਕ ਨੇ, ਦੂਜੀ ਤਰਫ ਸਾਡੇ ਕੋਲ ਹੈਗੇ ਕਮਿਊਨਿਸਟਾਂ ਦੇ ਵੀ ਰਹੇ ਨੇ ਇੱਥੇ MLA। ਹੁਣ ਇਹਨਾਂ ਦੇ ਵੀ ਸਾਬਕਾ MLA ਨੇ, ਸਾਬਕਾ ਵਜ਼ੀਰ ਨੇ, ਕਮਿਊਨਿਸਟਾਂ ਦੇ ਵੀ ਸਾਬਕਾ MP ਨੇ, ਸਾਬਕਾ MLA ਨੇ। ਉਹਨਾਂ ਕੋਲੇ ਕੋਈ ਗਨਮੈਨ ਨਹੀਂ, ਉਹਨਾਂ ਨੂੰ ਉਹੀ ਸਟੇਟ ਹੈ, ਉਹੀ ਖਿੱਤਾ ਹੈ ਸਾਡਾ, ਉਹਨਾਂ ਨੂੰ ਕੋਈ ਖਤਰਾ ਨਹੀਂ। ਇਹਨਾਂ ਦੇ ਪਾਰਟੀਆਂ ਦੇ ਹੈੱਡ ਕੋਲੇ ਜੈਡ ਸੁਰੱਖਿਆ। ਤਾਂ ਇੱਥੇ ਮੈਂ ਜਿਹੜੇ ਖੱਬੀਆਂ ਧਿਰਾਂ ਨੇ, ਉਹਨਾਂ ਦੇ ਸਟੇਟ ਹੈੱਡ ਹੈ, ਉਹਨਾਂ ਕੋਲ ਇੱਕ ਵੀ ਗਨਮੈਨ ਨਹੀਂ। ਅਗਰ ਸੱਚਮੁੱਚ ਖਤਰਾ ਹੁੰਦਾ ਤਾਂ ਉਹਨਾਂ ਨੂੰ ਵੀ ਗਨਮੈਨ ਦੀ ਲੋੜ ਪੈਣੀ ਸੀਗੀ। ਅਸਲ 'ਚ ਪੋਲੀਟੀਕਲੀ ਪਹਿਲਾਂ ਤਾਂ ਅੰਮ੍ਰਿਤ ਇਹ ਹੁੰਦਾ ਸੀਗਾ ਨਾ ਕਿ ਸਿਰਫ ਇਹਨਾਂ ਨੂੰ ਇੱਕ ਫੋਕੀ ਟੌਰ ਲਈ, ਇੱਕ ਠਾਠ ਬਾਟ ਲਈ ਲਿਆ ਜਾਂਦਾ ਸੀਗਾ। ਹੁਣ ਵੀ ਇੱਕ ਦਿਖਾਵੇ ਲਈ ਲੈ ਜਾਂਦਾ ਕਿ ਸਾਡੀ ਟੌਰ ਲੱਗੇ। ਮੈਂ ਕਿੰਨੇ ਇਸ ਤਰ੍ਹਾਂ ਦੇ ਲੀਡਰ ਜਾਣਦਾ ਕਿ ਜਿਨ੍ਹਾਂ ਕੋਲੇ ਬੜੇ ਵੱਡੀ ਪੱਧਰ 'ਤੇ ਗਨਮੈਨ ਰਹੇ ਨੇ, ਪਰ ਹੁਣ ਉਸ ਤੋਂ ਅੱਗੇ ਵੱਧ ਗਈ ਗੱਲ। ਹੁਣ ਇਹਨਾਂ ਗਨਮੈਨਾਂ ਦੇ ਸਹਾਰੇ ਅਸੀਂ ਮਾਈਨਿੰਗ ਦਾ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਗਨਮੈਨਾਂ ਦੇ ਸਹਾਰੇ ਅਸੀਂ ਜਿਹੜੇ ਹੈਗੇ ਪਲਾਟਾਂ 'ਤੇ ਕਬਜ਼ੇ ਕਰਨੇ ਵੀ ਸ਼ੁਰੂ ਕਰ ਦਿੱਤੇ। ਇਹਨਾਂ ਗਨਮੈਨਾਂ ਦੇ ਸਹਾਰੇ ਅਸੀਂ ਸ਼ਰਾਬ ਦੀ ਤਸਕਰੀ ਵੀ ਸ਼ੁਰੂ ਕਰ ਦਿੱਤੀ ਹੈ। ਤਾਂ ਇਹ ਗਨਮੈਨ ਹੈ ਜਿਹੜੇ ਹੁਣ ਸਾਨੂੰ ਇਹਨੇ ਸਾਡੇ ਲੀਡਰਾਂ ਨੂੰ ਮਲਾਈ ਵਾਂਗੂ ਲੱਗੇ ਨੇ ਹੁਣ, ਜਿਸ ਕਰਕੇ ਇਹਨਾਂ ਨੂੰ ਵਾਪਸ ਕਰਦਿਆਂ ਬੜਾ ਦੁੱਖ ਲੱਗਦਾ ਹੈ। ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ। ਜ਼ਿਲ੍ਹਾ ਮੁਕਤਸਰ ਦੇ ਵਿੱਚ ਜਦੋਂ ਪਿਛਲੀ ਗਵਰਨਮੈਂਟ ਸੀ, ਇੱਕ ਜਥੇਦਾਰ ਨੂੰ ਉੱਥੇ 32 ਗਨਮੈਨ ਦਿੱਤੇ ਹੋਏ ਸੀ। 32 ਗਨਮੈਨ ਉਹਦੀ ਰਾਖੀ ਕਰਦੇ ਸੀ। ਔਰ ਜਦੋਂ ਕਾਂਗਰਸ ਦੀ ਸਰਕਾਰ ਆਈ, ਉਸ ਜਥੇਦਾਰ ਦਾ ਰੌਲਾ ਪਿਆ, ਤਾਂ ਉਹਦੇ ਸਾਰੇ ਗਨਮੈਨ ਵਾਪਸ ਲੈ ਲਏ। 3 ਸਾਲ ਹੋ ਗਏ ਵਾਪਸ ਲਏ ਨੂੰ। ਹੁਣ ਕੀ ਉਹਨਾਂ ਨੂੰ ਕੀ ਖਤਰਾ ਹੋ ਗਿਆ? ਕੋਈ ਥ੍ਰੈਟ ਨਹੀਂ, ਕਦੇ ਕੋਈ ਅਟੈਕ ਨਹੀਂ ਹੋਇਆ, ਕਦੇ ਕੁਝ ਨਹੀਂ ਹੋਇਆ। ਇਹਦਾ ਮਤਲਬ ਸਰਕਾਰ ਦਾ ਇੱਕ ਵੱਡਾ ਪੈਸਾ ਜਿਹੜਾ ਸੀ, ਉਹ ਮੁਲਾਜ਼ਮ ਹੈ ਜਿਹੜਾ ਲੋਕਾਂ 'ਤੇ ਲੱਗਣਾ ਚਾਹੀਦਾ ਸੀ, ਉਹਦਾ ਗਨਮੈਨਾਂ ਦਾ ਜਿਹੜਾ ਬੋਝ ਹੈ ਉਹ ਆਮ ਲੋਕਾਂ 'ਤੇ ਪੈਂਦਾ ਹੈ। ਇਵੇਂ ਜਿਵੇਂ ਸਾਡੇ ਬਿਊਰੋਕਰੇਟ ਨੇ, ਉਹਨਾਂ ਨਾਲ ਵੀ ਵੱਡੀ ਪੱਧਰ 'ਤੇ ਜਿਹੜੇ ਗਨਮੈਨ ਲੱਗੇ ਹੁੰਦੇ ਨੇ। SSPs ਹੈਗੇ ਨੇ, SP ਹੈਗੇ ਨੇ, ਹੇਠਲੇ ਲੈਵਲ ਦੇ ਵੀ, ਈਵਨ SHO ਦੇ ਨਾਲ ਵੀ ਗਨਮੈਨ ਚੱਲਦੇ ਨੇ, SDM ਦੇ ਨਾਲ ਵੀ ਗਨਮੈਨ ਚੱਲਦੇ ਨੇ। ਹੁਣ ਤੱਕ ਤਹਿਸੀਲਦਾਰਾਂ ਨੇ ਵੀ ਗਨਮੈਨ ਲਏ ਹੋਏ ਨੇ। ਹਰ ਜਣੇ ਖਣੇ ਨੇ ਗਨਮੈਨ ਲੈ ਲਏ। ਇੱਕ ਉਹਦੇ ਨਾਲ ਇੱਕ ਟੌਰ ਬਣਦੀ ਹੈਗੀ ਸਾਡਾ। ਉਹ ਕੰਮ ਕੀ ਕਰਦੇ ਨੇ? ਕਿਸੇ ਦੇ ਬੱਚਿਆਂ ਨੂੰ ਸਕੂਲ ਛੱਡ ਆਉਂਦੇ ਨੇ, ਕਿਸੇ ਦੀ ਬੀਬੀਆਂ ਨੂੰ ਸ਼ਾਪਿੰਗ ਕਰਾ ਲੈਂਦੇ ਨੇ, ਕਿਸੇ ਦੇ ਹੋਰ ਭਾੜੇ ਦੇ ਕੰਮ ਕਰਾਉਂਦੇ ਨੇ, ਕੁਛ ਉਹਨਾਂ ਤੋਂ ਇੱਕ ਨੌਕਰਾਂ ਦੀ ਤਰ੍ਹਾਂ ਕੰਮ ਲੈਂਦੇ ਨੇ। ਇੰਡੀਆ ਦੇ ਵਿੱਚ ਇਸ ਵੇਲੇ ਅੰਮ੍ਰਿਤ ਇੱਕ ਨਾ ਇਹਦਾ ਵਿੰਗ ਹੈ, ਮਿਨਿਸਟਰੀ ਆਫ ਹੋਮ ਦਾ ਇੱਕ ਵਿੰਗ ਹੈਗਾ, ਪੁਲਿਸ ਰਿਸਰਚ ਐਂਡ ਡਿਵੈਲਪਮੈਂਟ। ਉਹਨੇ ਇੱਕ ਹਰ ਸਾਲ ਐਨਾਲਾਈਜ਼ ਕਰਦਾ, ਪੂਰੇ ਪੁਲਿਸ ਦੀ ਵਰਕਿੰਗ ਨੂੰ ਐਨਾਲਾਈਜ਼ ਕਰਦਾ ਹੈਗਾ। ਤਾਂ ਉਹਨਾਂ ਨੇ ਲੇਟੈਸਟ ਜਿਹੜੀ ਰਿਪੋਰਟ ਦਿੱਤੀ ਹੈ, ਪਿਛਲੇ ਬਾਰੇ 'ਚ ਦਿੱਤੀ ਹੈ, ਔਰ ਉਹਨਾਂ ਨੇ ਆਧਾਰ ਬਣਾਇਆ 2018 ਦੇ ਸਾਰੇ ਅੰਕੜਿਆਂ ਨੂੰ ਲੈ ਕੇ। ਤਾਂ ਮੈਂ ਉਹਦੇ ਵਿੱਚ ਨਜ਼ਰ ਮਾਰੀ ਹੈ, ਤਾਂ ਸਾਰੇ ਇੰਡੀਆ ਦੇ ਵਿੱਚ ਇਸ ਵੇਲੇ 23,000 VIP ਨੇ, ਅਤੇ ਉਹਨਾਂ ਦੇ ਨਾਲ 63,000 ਪੁਲਿਸ ਕਰਮੀ ਉਹਨਾਂ ਦੀ ਸੁਰੱਖਿਆ ਦੇ ਵਿੱਚ ਲੱਗੇ ਹੋਏ ਨੇ। ਤਾਂ ਜਦੋਂ ਐਡੀ ਵੱਡੀ ਪੱਧਰ 'ਤੇ ਜਿਹੜੀ ਪੁਲਿਸ ਫੋਰਸ ਹੈ ਉਹਨਾਂ ਦੀ ਸੁਰੱਖਿਆ ਦੇ ਵਿੱਚ ਲੱਗੀ ਰਹੇਗੀ, ਤਾਂ ਫਿਰ ਆਮ ਲੋਕਾਂ ਲਈ ਕੀ ਬਚੇਗਾ? ਇਹ ਇੱਕ ਵੱਡਾ ਸਵਾਲ ਹੈ। ਜਿਵੇਂ ਤੁਸੀਂ ਦੱਸਿਆ ਕਿ ਇਹ ਵਰਤਾਰਾ ਪਿਛਲੇ 3 ਦਹਾਕਿਆਂ ਤੋਂ ਸ਼ੁਰੂ ਹੋਇਆ, ਹੁਣ ਤੱਕ ਤਾਂ ਇਹ ਇਸਟੈਬਲਿਸ਼ ਹੋ ਗਿਆ ਸਿਸਟਮ ਬੜੀ ਚੰਗੀ ਤਰ੍ਹਾਂ। ਅਤੇ ਜਿਵੇਂ ਇੱਕ ਇਹ ਗੱਲ ਕੀਤੀ ਤੁਸੀਂ ਜਥੇਦਾਰ ਦੀ ਵੀ ਉਹਨੂੰ 32 ਗਨਮੈਨ ਦਿੱਤੇ ਹੋਏ ਸੀ, ਹਾਲਾਂਕਿ ਹੁਣ ਉਹਨੂੰ ਕੋਈ ਖਤਰਾ ਨਹੀਂ ਲੱਗਦਾ। ਇਹ ਹੁਣ ਜਿਹੜਾ ਵਰਤਾਰਾ ਇੱਕ ਤਰ੍ਹਾਂ ਇਹਨਾਂ ਨੂੰ ਆਦਤ ਪੈ ਗਈ ਸਾਡੇ ਸਿਆਸੀ ਆਗੂਆਂ ਨੂੰ। ਤਾਂ ਕੀ ਮਤਲਬ ਇਹ ਹੋਰ ਸਟੇਟਾਂ 'ਚ
ਕੀ ਸਥਿਤੀ ਆ? ਉੱਥੇ ਵੀ ਇਹ ਸਾਡੇ ਪੰਜਾਬ ਵਾਂਗੂ ਹੀ ਇੰਨੇ ਹੀ ਗਨਮੈਨ ਮੰਗਦੇ ਨੇ ਜਾਂ ਉੱਥੇ ਕੁਝ ਵੱਖਰਾ ਹੈ? ਵੈਸੇ ਤਾਂ ਅਮਰ ਤੇ ਇਹ ਹੈਗੀ ਹੈ ਕਿ ਦੂਜੀਆਂ ਸਟੇਟਾਂ ਤੋਂ ਪਹਿਲਾਂ ਜੇ ਆਪਾਂ ਦੇਖੀਏ ਇੰਟਰਨੈਸ਼ਨਲ ਲੈਵਲ ਤੇ ਕਿੰਨੇ ਮੁਲਕ ਹੈ ਕਿ ਜਿੱਥੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਜਿਹੜੇ VIP ਹੈ ਉਹ ਇਕੱਲੇ ਘੁੰਮਦੇ ਨੇ, ਵੱਡੇ ਤੋਂ ਵੱਡੇ ਪ੍ਰਾਈਮ ਮਿਨਿਸਟਰ ਵੀ ਉਹਨਾਂ ਦੇ ਇਕੱਲੇ ਘੁੰਮਦੇ, ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਕਿ ਉਹਨਾਂ ਨੂੰ ਕਿਸੇ ਦੇ ਟੈਗ ਦੀ ਲੋੜ ਨਹੀਂ ਹੁੰਦੀ। ਸਾਡੇ ਇੱਥੇ ਟੈਗ ਦੀ ਲੋੜ ਹੁੰਦੀ ਹੈ। ਅਸੀਂ ਜਦੋਂ ਚੋਣਾਂ ਹੁੰਦੀਆਂ ਉਦੋਂ ਅਸੀਂ ਲੋਕਾਂ ਦੇ ਸੇਵਕ ਹੁੰਦੇ ਹਾਂ, ਅਤੇ ਜਦੋਂ ਅਸੀਂ ਲੀਡਰ ਬਣ ਜਾਂਦੇ ਹਾਂ, ਨੇਤਾ ਬਣ ਜਾਂਦੇ ਹਾਂ, MLA ਬਣ ਜਾਂਦੇ ਹਾਂ, ਵਜ਼ੀਰ ਬਣ ਜਾਂਦੇ ਹਾਂ, ਉਦੋਂ ਅਸੀਂ ਫਿਰ ਪਾਟੇ ਖਾਂ ਜਾਂ ਨਾਡੂ ਖਾਂ ਬਣ ਜਾਂਦੇ ਹਾਂ। ਤਾਂ ਇਹ ਸਥਿਤੀ ਜਿੰਨੀ ਪੰਜਾਬ 'ਚ ਗੰਭੀਰ ਹੈ ਗਨਮੈਨ ਵਾਲੀ, ਜਿੰਨੀ ਅਸੀਂ ਫੋਕੀ ਸ਼ੋਹਰਤ ਦੇ ਪੰਜਾਬੀ ਮਾਰੇ ਹੋਏ ਨੇ, ਕਿਉਂਕਿ ਅਸੀਂ ਸਾਡੇ ਤਾਂ ਮਾਡਲ ਇਹ ਨੇਤਾ ਹੀ ਨੇ ਕਿ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਵੀ ਸਾਡੇ 'ਤੇ ਵੀ ਰੰਗ ਚੜ੍ਹ ਰਿਹਾ। ਜਿਵੇਂ ਸਾਊਥ ਵਾਲੇ ਲੋਕ ਇਹਨਾਂ ਫੋਕੀਆਂ ਗੱਲਾਂ ਦੇ ਵਿੱਚ ਬਹੁਤਾ ਨਹੀਂ ਪੈਂਦੇ, ਤਾਂ ਪੰਜਾਬ ਦੇ ਵਿੱਚ ਜੇ ਆਪਾਂ ਉਹ ਪੁਲਿਸ ਦੀ ਜਿਹੜੀ ਮਿਨਿਸਟਰੀ ਆਫ ਹੋਮ ਦੀ ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਅੰਮ੍ਰਿਤ ਪੰਜਾਬ 1 ਨੰਬਰ 'ਤੇ ਹੈ ਇਸ ਵੇਲੇ। ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇ ਗਨਮੈਨ ਦਿੱਤੇ ਹੋਏ ਨੇ ਹਿੰਦੁਸਤਾਨ ਦੇ ਵਿੱਚ ਕਿਸੇ ਸਟੇਟ 'ਚ ਤਾਂ ਉਹ ਪੰਜਾਬ ਸੂਬਾ ਹੈ। ਹਾਲਾਂਕਿ ਸਾਡੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਅਸੀਂ VIP ਕਲਚਰ ਖਤਮ ਕਰਤਾ, ਗਨਮੈਨ ਖਤਮ ਕਰਤੇ, ਪਰ ਇਹ ਰਿਪੋਰਟ ਦਾ ਜਿਹੜਾ ਆਧਾਰ ਹੈ ਉਹ 2018 ਨੇ, ਜਦੋਂ ਕਿ ਪੰਜਾਬ ਸਰਕਾਰ ਨੂੰ ਕੈਪਟਨ ਦੀ ਸਰਕਾਰ ਬਣਿਆ ਨੂੰ 1 ਸਾਲ ਬੀਤ ਚੁੱਕਾ ਸੀਗਾ। ਤਾਂ ਪੰਜਾਬ ਦੇ ਵਿੱਚ ਤਕਰੀਬਨ 2500 ਜਿਹੜੇ ਹੈਗੇ ਨੇ, ਆਪਣੇ ਦਰਸ਼ਕਾਂ ਨਾਲ ਵੀ ਮੈਂ ਗੱਲ ਸਾਂਝੀ ਕਰਨਾ ਚਾਹਣਾ ਕਿ ਪੰਜਾਬ ਦੇ ਵਿੱਚ ਇਸ ਵੇਲੇ 2500 ਦੇ ਕਰੀਬ ਜਿਹੜੇ VIP ਨੇ, ਜਿਨ੍ਹਾਂ ਦੇ ਨਾਲ 7800 ਦੇ ਕਰੀਬ 7800 ਜਿਹੜੇ ਹੈਗੇ ਨੇ ਉਹ ਗਨਮੈਨ ਲੱਗੇ ਹੋਏ ਨੇ। ਮੈਂ ਇੱਕ ਉਹਦੀ ਮੋਟੇ ਤੌਰ 'ਤੇ ਅਮਰਤ ਉਹਦੀ ਇੱਕ ਰੇਸ਼ੋ ਔਸਤਨ ਕੱਢ ਕੇ ਦੇਖੀ ਤਾਂ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਨੇ, ਤਾਂ ਹਰ ਹਲਕੇ ਦੇ ਵਿੱਚ ਐਵਰੇਜ ਜਿਹੜੇ 22-23 VIP ਪੈ ਜਾਂਦੇ ਨੇ, ਅਤੇ 67 ਜਾਂ 68 ਜਿਹੜੇ ਉਹ ਹੈਗੇ ਨੇ ਗਨਮੈਨ ਪੈ ਜਾਂਦੇ ਨੇ। ਪੰਜਾਬ ਪੁਲਿਸ ਇਸ ਵੇਲੇ ਅਮਰਤ 9% ਜਿਹੜੀ ਫੋਰਸ ਹੈ ਸਾਡੀ ਉਹ ਸਾਡੇ VIPs ਨਾਲ ਲੱਗੀ ਹੋਈ ਹੈ, 9%। ਇਹ ਮੈਂ ਉਸ ਅੰਕੜੇ ਦੀ ਗੱਲ ਕਰ ਰਿਹਾ ਜਿਹਦੇ ਵਿੱਚ MLA, ਵਜ਼ੀਰ, ਜੱਜ ਔਰ ਸਾਡੇ ਬਿਊਰੋਕਰੇਟ ਆ ਰਹੇ ਨੇ। ਇਹਨਾਂ ਵਿੱਚ ਮੈਂ ਹੇਠਲੇ ਪੱਧਰ ਦਾ ਕੋਈ ਬਲਾਕ ਲੈਵਲ ਦਾ ਜਾਂ ਡਿਸਟ੍ਰਿਕਟ ਲੈਵਲ ਦਾ ਕੋਈ ਆਗੂ ਵਿੱਚ ਸ਼ਾਮਲ ਨਹੀਂ ਕੀਤਾ, ਇਹ 'ਚ ਚੀਫ ਮਿਨਿਸਟਰ ਸ਼ਾਮਲ ਨਹੀਂ ਕੀਤਾ, ਇਹ 'ਚ ਸਾਬਕਾ ਚੀਫ ਮਿਨਿਸਟਰ ਸ਼ਾਮਲ ਨਹੀਂ ਕੀਤਾ, ਇਹ 'ਚ ਡਿਪਟੀ CM ਸ਼ਾਮਲ ਨਹੀਂ ਕੀਤਾ ਜਾਂ ਸਾਬਕਾ ਡਿਪਟੀ CM ਨਹੀਂ ਸ਼ਾਮਲ ਕੀਤਾ। ਇਹ ਉਸ ਤੋਂ ਬਿਨਾਂ ਹੈਗੇ ਆ। 9% ਅਸੀਂ ਆਪਣੇ ਜਿਹੜੀ ਨਫਰੀ ਹੈ ਉਹ VIP ਦੀ ਸੁਰੱਖਿਆ ਦੇ ਉੱਤੇ ਲਾਈ ਹੋਈ ਹੈ। ਜਿਵੇਂ ਸਾਡੇ ਕੋਲ ਕੇਰਲਾ ਹੈ, ਕੇਰਲਾ ਕਾਫੀ ਵੱਡਾ ਰਾਜ ਹੈਗਾ, ਸਿਰਫ ਉੱਥੇ 75 VIP ਨੇ। ਉੱਥੇ ਅਮਰਤ ਸਿਰਫ 125 ਬੰਦਾ VIP ਦੀ ਸਿਕਿਉਰਿਟੀ 'ਤੇ ਲੱਗਿਆ ਹੋਇਆ। ਸਾਡਾ ਗੁਆਂਢੀ ਸੂਬਾ ਹੈ ਆਪਣਾ ਹਿਮਾਚਲ ਪ੍ਰਦੇਸ਼ ਹੈ, ਇੱਥੇ ਸਿਰਫ 100 ਬੰਦੇ ਕੋਲ ਸਿਕਿਉਰਿਟੀ VIP ਨੇ, ਉਹਨਾਂ ਨੂੰ ਤਕਰੀਬਨ 250 ਬੰਦਾ ਦਿੱਤਾ ਹੋਇਆ ਹੈਗਾ। ਈਵਨ ਤੁਸੀਂ ਹੈਰਾਨ ਹੋਵੋਗੇ ਕਿ ਦਿੱਲੀ ਜਿਹੜੀ ਸਾਡੀ ਨੈਸ਼ਨਲ ਕੈਪੀਟਲ ਹੈਗੀ ਹੈ, ਉਸੇ ਸਿਰਫ 500 VIP ਨੇ, ਅਤੇ ਉੱਥੇ ਵੀ ਸਿਰਫ 7100 ਦੇ ਕਰੀਬ ਗਨਮੈਨ ਦਿੱਤੇ ਹੋਏ ਨੇ। ਸਾਡੇ ਪੰਜਾਬ ਨਾਲੋਂ ਘੱਟ ਗਨਮੈਨ ਦਿੱਲੀ ਦੇ ਵਿੱਚ ਨੇ। ਵੈਸਟ ਬੰਗਾਲ ਹੈ ਜਿਹੜਾ ਇੰਨਾ ਡਿਸਟਰਬ ਹੈ ਪੋਲੀਟੀਕਲੀ ਹੋਇਆ ਹੋਇਆ, ਜਿੱਥੇ ਤਾਂ ਆਪਾਂ ਦੇਖਿਆ ਕਿ ਉੱਥੇ ਮਮਤਾ ਦੀ ਪਾਰਟੀ ਹੈਗੀ ਹੈ ਜਾਂ ਦੂਸਰੀ ਰਵਾਇਤੀ ਪਾਰਟੀਆਂ ਹੈਗੀਆਂ, ਕਿੰਨੀ ਉੱਥੇ ਸਿਰ ਧੜ ਦੀ ਲੱਗੀ ਹੋਈ ਹੈ, ਕਿੰਨੇ ਉੱਥੇ ਕਤਲੋਗਾਰਦ ਹੁੰਦੀ ਹੈ। ਉੱਥੇ ਵੀ ਘੱਟ ਹੈ ਗਨਮੈਨ ਤਾਂ ਦਿੱਤੇ ਵੀ, VIP ਵੀ ਘੱਟ ਨੇ, 5300 ਦੇ ਕਰੀਬ ਉੱਥੇ ਟੋਟਲ ਗਨਮੈਨ ਦਿੱਤੇ ਹੋਏ ਆ ਜਿਹੜੇ ਉੱਥੇ ਸਟੇਟ ਦੇ VIP ਨੇ। ਸਾਡੇ ਨਾਲ ਹਰਿਆਣਾ ਹੈ, ਇੱਥੇ ਸਿਰਫ 1400 VIP ਹੈ। ਅਮਰਤ ਦਿਲਚਸਪ ਗੱਲ ਇਹ ਹੈ ਕਿ ਚਲੋ ਅਸੀਂ ਆਪਣੀ ਸਟੇਟ ਦੇ ਵਿੱਚ ਤਾਂ VIP ਦੇਣੀ ਦੇਣਾ, ਮਤਲਬ ਗਨਮੈਨ ਦੇਣੀ ਦੇਣੇ। ਜਦੋਂ ਕੈਪਟਨ ਸਰਕਾਰ ਹੋਂਦ ਦੇ ਵਿੱਚ ਆਈ ਸੀਗੀ, ਸਹੁੰ ਚੁੱਕੀ ਸੀ, ਤਾਂ ਪੰਜਾਬ ਪੁਲਿਸ ਨੇ ਆਪਣੇ 22 ਗਨਮੈਨ ਚੁਟਾਲਿਆਂ ਦੇ ਫਾਰਮ ਹਾਊਸ ਤੋਂ ਬੁਲਾਏ ਸੀਗੇ, ਜਿਹੜੇ ਲੰਬੇ ਸਮੇਂ ਤੋਂ। ਉਹਦਾ ਖਰਚਾ ਕੌਣ ਚੁੱਕਦਾ ਸੀ? ਸਾਡੀ ਪੰਜਾਬ ਦੀ ਜਨਤਾ, ਸਾਡੇ ਪੰਜਾਬ ਦੇ ਮਜ਼ਦੂਰ, ਮੁਲਾਜ਼ਮ, ਹਰ ਆਮ ਕਾਮਨ ਪਰਸਨ। ਇਵੇਂ ਜਿਵੇਂ ਜਿਹੜੇ ਅਕਾਲੀ ਦਲ ਦੇ ਜਿਹੜੇ ਦਿੱਲੀ ਵਾਲੇ ਨੇਤਾ ਨੇ, ਉਹਨਾਂ ਨੂੰ ਅਸੀਂ ਜਿਪਸੀਆਂ ਦਿੱਤੀਆਂ ਹੋਈਆਂ ਸੀ, ਅਸੀਂ ਉਹਨਾਂ ਨੂੰ ਗਨਮੈਨ ਦਿੱਤੇ ਹੋਏ ਸੀ, ਅਸੀਂ ਉਹ ਵੀ ਵਿਡਰਾਅ ਕੀਤੇ ਨੇ। ਤਾਂ ਦੂਜੇ ਸਟੇਟਾਂ ਦੇ ਵਿੱਚ VIP ਜਿਹੜਾ ਕਲਚਰ ਤੁਸੀਂ ਗੱਲ ਸ਼ੁਰੂ ਕੀਤੀ ਸੀ ਨਾ, ਉਹ ਇੰਨਾ ਨਹੀਂ ਜਿੰਨਾ ਪੰਜਾਬ 'ਚ ਭਾਰੂ ਹੋਇਆ ਹੋਇਆ ਹੈਗਾ। ਪੰਜਾਬ ਦੇ ਵਿੱਚ ਤਾਂ ਸਾਡੇ ਹਰ ਜਣੇ ਖਣੇ ਕੋਲੇ ਹੈਗਾ, ਹਰ ਕੋਈ ਜਿਹੜਾ ਨੇਤਾ ਬਾਅਦ 'ਚ ਬਣਦਾ। ਹੁਣ ਤਾਂ ਇਹ ਵਰਤਾਰਾ ਬਣ ਗਿਆ ਕਿ ਪਹਿਲਾਂ ਕੀ ਹੁੰਦਾ ਸੀ ਅਮਰਤ, ਕਿ ਪਾਰਟੀਆਂ ਕੋਲ ਦੇਣ ਨੂੰ ਬਹੁਤ ਕੁਛ ਹੁੰਦਾ ਸੀਗਾ, ਕਿ ਇਹ ਪਾਰਟੀਆਂ ਚਲੋ ਜੇ ਫੇਵਰ ਵੀ ਕਰਦੀਆਂ ਸੀ। ਜਿਵੇਂ ਸਾਡੇ ਆਪਣੇ ਇਲਾਕਾ ਰਾਮਪੁਰਾ ਫੂਲ ਦੇ ਵਿੱਚ ਹਰਬੰਸ ਸਿੰਘ ਸਿੱਧੂ SS ਬੋਰਡ ਦੇ ਚੇਅਰਮੈਨ ਹੋਏ ਨੇ, ਅਤੇ ਉਹਨੇ ਵੱਡੀ ਪੱਧਰ 'ਤੇ ਰੁਜ਼ਗਾਰ ਵੰਡਿਆ ਸੀਗਾ। ਤਾਂ ਹੁਣ ਪਾਰਟੀਆਂ ਕੋਲੇ ਜਿਹੜਾ ਵਪਾਰ ਦੇ ਵਿੱਚ ਪਾਰਟੀਆਂ ਖੁਦ ਪੈ ਗਈਆਂ ਨੇ। ਹੁਣ ਅੱਗੇ ਤਾਂ ਹੁੰਦੇ ਸੀ ਕਿ ਬੱਸ ਦੇ ਪਰਮਿਟ ਆਮ ਲੋਕਾਂ ਨੂੰ ਦੇਤਾ, ਹੁਣ ਆਪ ਲੈ ਲੈਂਦੇ ਨੇ। ਉਦੋਂ ਤੇਲ ਡਿਪੂ ਦੇ ਤੇ ਜਾਂ ਹੋਰ ਨੌਕਰੀਆਂ ਵੰਡ ਤੇ, ਨੌਕਰੀਆਂ ਪਬਲਿਕ ਸੈਕਟਰ ਦੇ ਵਿੱਚ ਬਹੁਤ ਸੀਗੀਆਂ। ਹੁਣ ਦੇਣ ਨੂੰ ਕੁਛ ਨਹੀਂ ਹੈਗਾ। ਹੁਣ ਜੇ ਕੋਈ ਕਹਿੰਦਾ ਜੀ ਮੈਨੂੰ ਦਿਓ ਕੁਛ, ਉਹਨੂੰ ਇੱਕ ਗੱਡੀ ਦੇ ਦਿੱਤੀ ਜਾਂਦੀ ਹੈ, 2 ਗਨਮੈਨ ਦੇ ਦਿੱਤੇ ਜਾਂਦੇ ਨੇ। ਤਾਂ ਫਿਰ ਜਦੋਂ ਗਨਮੈਨ ਦਿੱਤੇ ਨੇ, ਫਿਰ ਉਹ ਗਲਤ ਮਲਤ ਜਿਹੜੇ ਕੰਮ ਹੈ ਸਮਾਜ ਦੇ ਵਿੱਚ ਉਹ ਜ਼ਿਆਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਇਹ ਗਨਮੈਨਾਂ ਦਾ ਰਿਜ਼ਲਟ ਹੈ ਜਿਹੜਾ
ਉਹ ਸਾਨੂੰ ਪੰਜਾਬ ਦੇ ਆਮ ਲੋਕਾਂ ਨੂੰ ਜਿਹੜਾ ਹੈਗਾ ਭੁਗਤਣਾ ਪੈ ਰਿਹਾ, ਜਿਹਤੋਂ ਸਾਨੂੰ ਥੋੜ੍ਹਾ ਜਿਹਾ ਗਰੇਜ਼ ਕਰਨਾ ਚਾਹੀਦਾ ਸਟੇਟ ਗੌਰਮੈਂਟ ਨੂੰ। ਸਾਡਾ ਸਮਾਂ ਵੀ ਸਮਾਪਤ ਹੋ ਰਿਹਾ। ਅੱਜ ਦੀ ਚਰਚਾ ਦਾ ਮੈਂ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ, ਜਿਵੇਂ ਤੁਸੀਂ ਕਹਿੰਦੇ ਹੋ ਵੀ ਵੱਡੀ ਗਿਣਤੀ ਪੁਲਿਸ ਫੋਰਸ VIPs ਨਾਲ ਤੈਨਾਤ ਆ, ਜਾਂ ਕਿਸੇ ਨੂੰ ਗੱਡੀ ਦੇ ਦਿੱਤੀ ਜਾਂਦੀ ਆ, ਗਨਮੈਨ ਦੇ ਦਿੱਤਾ ਜਾਂਦਾ। ਅਜਿਹੀ ਸਥਿਤੀ 'ਚ ਫਿਰ ਜਦੋਂ ਆਮ ਬੰਦਾ ਜਿਹੜਾ, ਉਹਦੀ ਸੁਰੱਖਿਆ ਦਾ ਜ਼ਿੰਮੇਵਾਰੀ ਵੀ ਤਾਂ ਉਸੇ ਪੁਲਿਸ ਦੀ ਆ, ਫਿਰ ਉਹਦੀ ਸੁਰੱਖਿਆ ਦਾ ਕੀ ਬਣਦਾ? ਅਤੇ ਇਹ ਦੱਸੋ ਵੀ ਇਹਦੇ ਨਾਲ ਹੀ ਵੀ ਕੀ ਇਹ ਵਰਤਾਰਾ ਕਿਸੇ ਤਰ੍ਹਾਂ ਰੁਕ ਸਕਦਾ? ਅਮਰਤ ਦੇਖੋ, ਕੋਈ ਵੀ ਸਟੇਟ ਹੈ, ਸਟੇਟ ਗੌਰਮੈਂਟ ਹੈ, ਉਹਦੀ ਜਿਹੜੀ ਮੁੱਢਲੀ ਜਾਂ ਪਹਿਲੀ ਜ਼ਿੰਮੇਵਾਰੀ ਹੈਗੀ ਹੈ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਹੈਗਾ। ਜੇ ਉਹ ਆਪਣੀ ਫਰਜ਼, ਉਹਨਾਂ ਨੂੰ ਕੀ ਹੈਗਾ ਕਿ ਉਹ ਆਪਣੀ ਜਾਨ ਮਾਲ ਤਾਂ ਉਹਨਾਂ ਨੂੰ ਬਹੁਤ ਪਿਆਰਾ ਹੈਗਾ, ਲੋਕਾਂ ਦੀ ਨੂੰ ਉਹਨਾਂ ਨੇ ਰੱਬ ਆਸਰੇ ਛੱਡ ਦਿੱਤਾ ਇੱਕ ਤਰ੍ਹਾਂ ਦਾ। ਤਾਂ ਜਦੋਂ ਵੱਡੀ ਪੱਧਰ 'ਤੇ ਜਿਹੜੇ ਨਫਰੀ ਹੈਗੀ ਹੈ VIPs ਨਾਲ ਤੈਨਾਤ ਹੋਏਗੀ, ਤਾਂ ਨੈਚੁਰਲੀ ਉਹਦਾ ਅਸਰ ਹੈ ਜਿਹੜਾ ਹੇਠਾਂ ਪਏਗਾ। ਕਿਸੇ ਵੇਲੇ ਸਾਡੇ ਅੱਜ ਤੋਂ 15 ਸਾਲ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ 1 ਲੱਖ ਪਿੱਛੇ ਸਾਡੇ ਕੋਲੇ 350 ਮੁਲਾਜ਼ਮ ਹੈ ਜਿਹੜਾ ਉਹ ਲੋਕਾਂ ਦੀ ਸੁਰੱਖਿਆ ਵਾਸਤੇ ਹੁੰਦਾ ਸੀ। ਅੱਜ ਉਹਦੀ ਗਿਣਤੀ ਘਟ ਕੇ 250 ਰਹਿ ਗਈ ਹੈਗੀ ਹੈ। ਸਾਡਾ ਜਿਹੜਾ ਬਜਟ ਹੈ ਪੁਲਿਸ ਦਾ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਸਾਡਾ ਬਜਟ ਹੈ ਜਿਹੜਾ ਤਕਰੀਬਨ 3.5 ਕਰੋੜ ਜਾਂ 3 ਕਰੋੜ 66 ਲੱਖ ਬਣਦਾ ਸੀਗਾ, ਅਤੇ ਉਹ ਬਜਟ ਜਿਹੜਾ 15 ਸਾਲ ਪਹਿਲਾਂ 1000 ਕਰੋੜ ਹੋ ਗਿਆ। ਅੱਜ ਉਹ 'ਤੇ ਨਿਗਾਹ ਮਾਰੀਏ ਤਾਂ 6000 ਕਰੋੜ ਨੂੰ ਟੱਚ ਕਰਦਾ ਸਾਡਾ ਪੁਲਿਸ ਦਾ ਬਜਟ ਹੈ ਜਿਹੜਾ। ਤਾਂ ਉਹ ਦੇਖ ਲਓ ਵੀ ਕਿੰਨੀ ਮਹਿੰਗੀ ਪੈ ਰਹੀ ਹੈ ਸੁਰੱਖਿਆ ਸਾਨੂੰ ਜਿਹੜੀ VIP ਦੀ ਸੁਰੱਖਿਆ ਉਹ 35 ਕਰੋੜ ਰੁਪਈਆ ਅਸੀਂ ਮਹੀਨੇ ਦਾ ਉਹਨਾਂ ਦੀ ਸੁਰੱਖਿਆ 'ਤੇ ਖਰਚ ਕਰ ਰਹੇ, ਜਿਹੜੀ ਤਨਖਾਹ ਦੇ ਰੂਪ ਦੇ ਵਿੱਚ ਆਉਂਦਾ ਹੈ। ਆਮ ਲੋਕਾਂ ਦਾ ਕੀ ਹਾਲ ਹੈ ਕਿ ਉਹਨਾਂ ਨੇ FIR ਲਿਖਾਉਣੀ ਹੁੰਦੀ ਹੈ, ਪੂਰਾ ਦਿਨ ਉਹ ਥਾਣਿਆਂ ਦੇ, ਪੁਲਿਸ ਚੌਂਕੀਆਂ ਦੇ ਦਰਾਂ 'ਚ ਬਹਿ ਕੇ ਮੁੜ ਆਉਂਦੇ ਨੇ। ਕਿੰਨੇ ਡਾਕੇ ਵੱਧ ਗਏ, ਕਿੰਨੀ ਕਤਲੋਗਾਰਤ ਵੱਧ ਗਈ, ਕਿੰਨੇ ਸੰਨ ਲਾਉਣੇ ਵੱਧ ਗਏ ਨੇ। ਜਿਸ ਤਰ੍ਹਾਂ ਕਿਸੇ ਵੇਲੇ ਨਾ ਰੋਹਤਕ ਬੜਾ ਬਦਨਾਮ ਹੁੰਦਾ ਸੀ, ਸਾਂਝਾ ਪੰਜਾਬ ਹੁੰਦਾ ਸੀਗਾ ਨਾ, ਸਭ ਤੋਂ ਵੱਧ ਗੜਬੜ ਵਾਲਾ ਇਲਾਕਾ ਜਿਹੜਾ ਰੋਹਤਕ ਕਰਾਰ ਦਿੱਤਾ ਹੋਇਆ ਸੀ, ਉੱਥੇ ਬਹੁਤ ਹੁੰਦਾ ਸੀ। ਹੁਣ ਸਾਡਾ ਪੂਰਾ ਪੰਜਾਬ ਹੀ ਰੋਹਤਕ ਬਣਿਆ ਹੋਇਆ, ਅਤੇ ਆਮ ਲੋਕਾਂ ਲਈ ਤਾਂ ਕੋਈ ਬਚੇ ਹੀ ਨਹੀਂ ਪਿੱਛੇ ਹੈ ਨਾ। ਤਾਂ ਇਹ ਸਾਡੇ ਸਰਕਾਰਾਂ ਨੂੰ ਇਹ ਸੋਚਣਾ ਪਏਗਾ ਕਿ ਅਸੀਂ ਜਿਹੜੀ ਨਫਰੀ, ਕਿਉਂਕਿ ਕੱਟ ਤਾਂ ਲੋਕਾਂ ਦਾ ਹੀ ਲੱਗਿਆ ਨਾ, ਅਤੇ ਭਰ ਕੌਣ ਰਿਹਾ ਉਹਨਾਂ ਨੂੰ? ਆਮ ਲੋਕ। ਸਿਕਿਉਰਿਟੀ ਦਾ ਖਰਚਾ ਕੌਣ ਚੱਕ ਰਿਹਾ? ਸਾਡਾ ਆਮ ਲੋਕ ਚੱਕ ਰਹੇ ਨੇ ਕਿ ਨਾ, ਅਤੇ ਬਦਲੇ 'ਚ ਉਹਨਾਂ ਨੂੰ ਕੀ ਮਿਲ ਰਿਹਾ ਹੈ? ਉਹਨਾਂ ਦੀ ਤਾਂ ਜਾਨ ਖਤਰੇ 'ਚ ਪਈ ਹੋਈ ਹੈ ਕਿ ਨਾ। ਸਾਰੇ ਲੋਕਾਂ ਦੀ ਸਾਡੇ ਕਿੰਨੇ ਮਾਫੀਆ ਪੈਦਾ ਹੋਏ ਨੇ, ਇਹਦੀ ਬਦੌਲਤ ਹੀ ਪੈਦਾ ਹੋਏ ਨੇ ਕਿ ਨਾ, ਗਨਮੈਨਾਂ ਦੀ ਬਦੌਲਤ ਜਾਂ ਇਹਨਾਂ ਲੋਕਾਂ ਦੀ ਨੀਤਾਂ ਦੀ ਬਦੌਲਤ। ਜਿਹੜੀ ਗੱਲ ਤੁਸੀਂ ਲਾਸਟ ਪੁੱਛੀ, ਆਪਣੇ ਕੋਲ ਟਾਈਮ ਬੜਾ ਸੀਮਿਤ ਰਹਿ ਗਿਆ ਅਮਰਤ, ਕਿ ਇਹਦਾ ਕੀ ਹੱਲ ਹੋ ਸਕਦਾ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਵਧੀਆ ਮੌਕਾ ਹੈ ਸਾਡੀ ਸਰਕਾਰ ਕੋਲ। ਇੱਕ ਤਾਂ ਉਹ ਆਪਣਾ ਵਚਨ ਨਿਭਾ ਸਕਦੀ ਹੈ, ਜਿਹੜਾ ਚੋਣਾਂ ਵੇਲੇ ਕੀਤਾ ਸੀ ਕਿ ਅਸੀਂ VIP ਕਲਚਰ ਖਤਮ ਹੈ, ਦੇਰ ਆਏ ਦਰੁਸਤ ਆਏ। ਤਾਂ ਹੁਣ ਕੀ ਕਰੇ, ਇੱਕ ਕਮੇਟੀ ਬਣਨੀ ਚਾਹੀਦੀ ਹੈ। ਹੁਣ ਇਕੱਲਾ ਪੁਲਿਸ 'ਤੇ ਨਹੀਂ ਛੱਡਣਾ ਚਾਹੀਦਾ, ਇੱਕ ਕਮੇਟੀ ਬਣੇ ਜਿਹਦੇ ਵਿੱਚ ਖੁਫੀਆ ਵਿੰਗ ਵੀ ਹੋਵੇ, ਪੁਲਿਸ ਆਫੀਸਰ ਵੀ ਹੋਣ, ਸਾਰੀਆਂ ਪੋਲੀਟੀਕਲ ਲੀਡਰ ਵੀ ਹੋਣ, ਆਮ ਨੁਮਾਇੰਦੇ ਵੀ ਪਬਲਿਕ ਦੇ ਹੋਣ। ਉਹ ਕੰਸੀਡਰ ਕਰੇ ਕਿ ਕਿਹੜੇ ਨੂੰ ਥ੍ਰੈਟ ਪਰਸੈਪਸ਼ਨ ਦੇ ਐਂਗਲ ਤੋਂ ਦੇਖੇ ਕਿ ਜਿਹਨੂੰ ਖਤਰਾ ਹੈ ਉਸ ਨੂੰ ਦਿੱਤਾ ਜਾਵੇ। ਜਿਹੜੇ ਲੋਕ ਫੋਕੀ ਠਾਠ ਵਾਸਤੇ ਲੈਂਦੇ ਨੇ ਗਨਮੈਨ, ਉਹਨਾਂ ਨੂੰ ਔਨ ਪੇਮੈਂਟ ਕਰ ਦੇਣਾ ਚਾਹੀਦਾ। ਜੇ ਕੋਈ ਕਹਿੰਦਾ ਕਿ ਜੀ ਮੈਂ ਹੁਣ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਬਣ ਗਿਆ ਕਿ ਮੈਨੂੰ ਗਨਮੈਨ ਦੀ ਲੋੜ ਹੈ, ਉਹਨੂੰ ਕਹੋ ਜੀ ਕਿ ਤੁਸੀਂ ਆਪਣੇ ਪਰ ਮੰਥ ਕਿੰਨੇ ਸਾਲ ਲਈ ਲੈਣੇ ਪੈਸੇ ਡਿਪੋਜ਼ਿਟ ਕਰਾਓ, ਉਹਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਫਾਇਦਾ ਹੋਏਗਾ। ਤਾਂ ਇਹ ਰਵਾਇਤ ਪਾਉਣੀ ਚਾਹੀਦੀ ਹੈਗੀ ਹੈ। ਅਤੇ ਲਾਸਟ ਦੇ ਵਿੱਚ ਮੈਂ ਸਾਡੇ ਨੇਤਾਵਾਂ ਨਾਲ ਇੱਕ ਗੱਲ ਦੇ ਵਿੱਚ ਹੀ ਉਹਨਾਂ ਨੂੰ ਉਹ ਵੀ ਭੁੱਲੇ ਨਹੀਂ ਹੈਗੇ, ਕਿਉਂਕਿ ਅਕਬਰ ਵਾਲੀ ਗੱਲ ਸਿਕੰਦਰ ਵਾਲੀ ਗੱਲ ਹੈ ਜਿਹੜੀ ਉਹ ਸਾਰਿਆਂ ਨੂੰ ਪਤਾ ਹੈਗੀ ਹੈ ਕਿ ਜਿਹੜਾ ਸਾਡਾ ਜ਼ਿੰਦਗੀ ਦੀ ਆਖਰੀ ਪੁਸ਼ਾਕ ਹੈ ਉਹਦੇ ਜੇਬਾਂ ਨਹੀਂ ਹੁੰਦੀਆਂ। ਇਹ ਸਾਡੇ ਪਾਟੇ ਖਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਗੱਲ, ਇਹ ਸਾਡੇ ਨਾਡੂ ਖਾਂ ਨੂੰ ਵੀ ਗੱਲ ਸਮਝ ਲੈਣੀ ਚਾਹੀਦੀ ਹੈ। ਔਰ ਜੇ ਮੈਂ ਲੋਕਾਂ ਦੇ ਐਂਗਲ ਤੋਂ ਦੇਖਾਂ ਤਾਂ ਸਾਡੇ ਲੀਡਰਾਂ ਨੂੰ, ਸਾਡੀਆਂ ਪੋਲੀਟੀਕਲ ਜਮਾਤਾਂ ਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਜਿਹੜੇ ਹਾਰੇ ਹੋਏ ਭਲਵਾਨ ਹੈ ਉਹ ਕਦੇ ਘੁਲਣਾ ਨਹੀਂ ਛੱਡ ਦਿੰਦੇ। ਇੰਨੀ ਕਹਿ ਕੇ ਮੈਂ ਆਪਣੀ ਗੱਲ ਸਮਾਪਤ ਕਰਦਾ ਜੀ। ਤਾਂ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਪਹਿਲੀ ਤਾਂ ਗੱਲ ਸਰਕਾਰ ਨੂੰ ਇਹ ਰਿਵਿਊ ਕਰਨਾ ਚਾਹੀਦਾ ਕਿ ਸੱਚਮੁੱਚ ਕਿਸੇ ਨੂੰ ਸੁਰੱਖਿਆ ਦੀ ਜ਼ਰੂਰਤ ਹੈ ਕਿ ਉਹ ਸਿਰਫ ਪਾਟੇ ਖਾਂ ਜਾਂ ਨਾਡੂ ਖਾਂ ਵਾਲੀ ਟੌਰ ਬਣਾਉਣ ਵਾਸਤੇ ਹੀ ਗਨਮੈਨ ਲੈਣਾ ਚਾਹੁੰਦਾ। ਦੂਜਾ, ਇਹ ਸਰਕਾਰ ਨੂੰ ਆਮ ਲੋਕਾਂ ਦੀ ਸੁਰੱਖਿਆ ਨੂੰ ਵੀ ਪਹਿਲ ਦੇਣੀ ਚਾਹੀਦੀ ਆ, ਅਤੇ ਆਮ ਲੋਕਾਂ ਨੂੰ ਵੀ ਚਾਹੀਦਾ ਕਿ ਜੇ ਉਹਨਾਂ ਦੀ ਸੁਰੱਖਿਆ ਨਹੀਂ ਹੁੰਦੀ, ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣਦੀ, ਸਿਆਸੀ ਆਗੂ ਪਰਵਾਹ ਨਹੀਂ ਕਰਦੇ, ਤਾਂ ਉਹ ਵੇਲਾ ਆਉਣ 'ਤੇ ਢੁਕਵਾਂ ਜਵਾਬ ਦੇਣ। ਇਸ ਦੇ ਨਾਲ ਹੀ ਵਿਦਾ ਲੈਂਦੇ ਹਾਂ, ਭਲਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।